तो आप मुझे बताएं कि आपने घर से भागकर शादी की थी। हाँ जी भाई, घरों भज के शादी की से। किससे शादी की थी? कौन शख्स है? क्या नाम है उसका? ज़हीर नाम है उसका। अक्सर बहुत सारी लड़कियां ना इस तरह प्यार ਮੁਹੱਬਤ ਦੇ ਜਾਂਸੇ ਦੇ ਚ ਆ ਕੇ ਤੇ ਉਹ ਲੜਕੇ ਜਿਹੜੇ ਨੇ ਉਹ ਸਬਜ਼ ਬਾਗ ਦਿਖਾਉਂਦੇ ਨੇ, ਘਰੋਂ ਭੱਜ ਕੇ ਉਹ ਆ ਜਾਂਦੀਆਂ ਨੇ, ਫਿਰ ਆ ਕੇ ਸਾਰੀ ਜ਼ਿੰਦਗੀ ਦਾ ਪਛਤਾਵਾ ਬਣ ਜਾਂਦੀਆਂ ਨੇ। ਜੈਸਾ ਕਿ ਤੁਹਾਨੂੰ ਵੀ ਪਛਤਾਵਾ ਹੋ ਰਿਹਾ ਉਹਨਾਂ ਲੜਕੀਆਂ ਨੂੰ ਜਿਹੜੀਆਂ ਅਜੇ ਤੱਕ ਆਪਣੇ ਘਰ ਦੇ ਵਿੱਚ ਹੈ ਨੇ, ਲੇਕਿਨ ਉਹ ਅਕਸਰ ਪਲਾਨ ਬਣਾਉਂਦੀਆਂ ਰਹਿੰਦੀਆਂ ਨੇ ਕਿ ਮੈਂ ਅਗਰ ਮੇਰੇ ਘਰ ਦੇ ਨਹੀਂ ਮੰਨੇ ਤੇ ਮੈਂ ਇਹ ਪਲਾਨ ਕਰਾਂਗੀ, ਮੈਂ ਘਰੋਂ ਭੱਜ ਜਾਵਾਂਗੀ, ਮੈਂ ਫਲਾਨ ਕਰ ਲਵਾਂਗੀ। ਉਹਨਾਂ ਲੜਕੀਆਂ ਨੂੰ ਕੀ ਪੈਗਾਮ ਦਿਓਗੇ? मेरे लो वेख के समझ जान कि अज मेरा हालात और मेरी ज़िंदगी की है। तो प्रैगनेंसी भी है, मैनू 7वां महीना और मेरे ये हालात ने कि मैं सारा सारा दिन धुप्पे काम करनी हाँ और सुबह 3 बजे तो लैके शामी 3-4 बजे तक मेहनत करी दी है। ਜਦੋਂ ਤੁਸੀਂ ਘਰੋਂ ਭੱਜ ਕੇ ਆਏ ਉਹਦੇ ਕੋਲ, ਤੁਹਾਡੇ ਮਾਂ-ਬਾਪ ਨੇ ਤੁਹਾਡੇ ਨਾਲ ਰਾਬਤਾ ਨਹੀਂ ਕੀਤਾ, ਤੁਹਾਨੂੰ ਉਹਨਾਂ ਨੇ ਵਾਪਸ ਆਪਣੇ ਕੋਲ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ। ਕੀ ਵਜ੍ਹਾ ਸੀ ਕਿ ਦੁਬਾਰਾ ਆਪਣੇ ਘਰ ਨੂੰ ਹੁਣ ਤੱਕ ਤੁਸੀਂ ਆਪਣੇ ਮਾਂ-ਬਾਪ ਨੂੰ ਛੱਡ ਦਿੱਤਾ ਮਿਲਣਾ? अम्मी अबू फौत होए सी, खाला को रहनी सा मैं। तो जदों दी आई हाँ उस तो बाद गई सा, उन्होंने घर ही नहीं वड़न दिता। ਅਸੀਂ ਬਾਵਲਪੁਰ ਰਹਿੰਦੇ ਸੀ, ਉੱਥੋਂ ਆਏ ਸੀ ਨੱਸ ਕੇ ਉਹਦੇ ਨਾਲ ਅਤੇ ਨੌਕਰੀ ਕਰਦਾ ਸੀ ਇੱਥੇ ਉਹ, ਅਤੇ ਮੈਂ ਵੀ ਉਹਦੇ ਨਾਲ ਆਈ ਹਾਂ ਇੱਥੇ। ਅਤੇ 10 ਸਾਲ ਹੋ ਗਏ ਨੇ ਸਾਡੀ ਸ਼ਾਦੀ ਨੂੰ। ਅਤੇ ਪਹਿਲੇ ਤਾਂ ਸਹੀ ਸੀ, ਹੁਣ 2 ਸਾਲ ਹੋ ਗਏ ਨੇ ਨਸ਼ਾ ਕਰਨ ਲੱਗ ਗਿਆ ਸੀ ਅਤੇ 4 ਕੁ ਮਹੀਨੇ ਹੋ ਗਏ ਨੇ ਛੱਡ ਕੇ ਚਲਾ ਗਿਆ। ਅਤੇ ਅੰਮੀ ਅੱਬੂ ਫੌਤ ਹੋਏ ਨੇ ਮੇਰੇ ਬਚਪਨ ਤੋਂ, ਅਤੇ ਮੈਂ ਖਾਲਾ ਕੋਲ ਹੀ ਰਹਿੰਦੀ ਸਾਂ। ਅਤੇ ਉੱਥੋਂ ਬਸ ਮੈਂ ਉਹਦੇ ਨਾਲ ਆ ਗਈ, ਪਸੰਦ ਦੀ ਸ਼ਾਦੀ ਕਰ ਲਈ। ਅਤੇ ਇਹ ਸਬਜ਼ ਬਾਗ ਐਸੇ ਵਹਾਗ ਗਿਆ ਕਿ ਅੱਜ ਮੈਂ ਮਿਹਨਤ ਮਜ਼ਦੂਰੀ ਪੱਠੇ 'ਤੇ ਕਰ ਰਹੀ। अस्सलाम वालेकुम, मैं हूं एडी मलक और आप देख रहे हैं एडी मलक ऑफिशियल। नाज़रीन, मेरे साथ जो खातून आप देख रहे हैं, ये एक भट्टे पर मजदूरी करती है अपने 2 बच्चों के साथ। और इस गर्मी में ये खातून प्रेग्नेंट होने के बावजूद मजदूरी करने पर मजबूर है। और इसकी ये मजबूरी इसको यहाँ तक कैसे पहुँचाया और ये किस तरह आई, ये आप इनकी कहानी सुनकर, क्योंकि इसने भी एक ज़हीर नामी शख्स के साथ घर से भागकर शादी की और आज घर से भागी हुई वो लड़की एक भट्टे पर मजदूरी करने पर आ पहुंची है। ये सारी कहानी जानते हैं इन्हीं की ज़ुबानी कि इनको किस तरह उस शख्स ने अपनी बातों में लेकर आया, फिर उसने इसको प्यार मोहब्बत के वो वादे, वो सब्ज़ बाग दिखाए, और वो सब्ज़ बाग क्या थे, कहाँ से कहाँ लेकर इसको आया, और आज ये खातून किस तरह अजियत की ज़िंदगी गुजार रही है, ये सारी कहानी इसी से जानते हैं। अस्सलाम वालेकुम। वालेकुम सलाम। अच्छा बहन, मुझे सबसे पहले ये बताएं कि आपका नाम क्या है? मोहम्मद बीबी। अच्छा मोहम्मद बीबी, आपका माशाल्लाह इतना प्यारा नाम है कि जिसकी तारीफ़ जितनी की जाए कम है। तो आप मुझे बताएं कि आपने घर से भागकर शादी की थी। हाँ जी भाई, घरों भज के शादी की से। किससे शादी की थी? कौन शख्स है? क्या नाम है उसका? ज़हीर नाम है उसका। तो क्या ये किस तरह आप घर से भाग कर आई और उसने क्या आपको कहा और आज आप एक भट्टे पर काम कर रही हैं, तो ये क्या मजबूरी है? ਅਸੀਂ ਬਾਵਲਪੁਰ ਰਹਿੰਦੇ ਸੀ, ਉੱਥੋਂ ਆਏ ਸੀ ਨੱਸ ਕੇ ਉਹਦੇ ਨਾਲ ਅਤੇ ਨੌਕਰੀ ਕਰਦਾ ਸੀ ਇੱਥੇ ਉਹ, ਅਤੇ ਮੈਂ ਵੀ ਉਹਦੇ ਨਾਲ ਆਈ ਹਾਂ ਇੱਥੇ। ਅਤੇ 10 ਸਾਲ ਹੋ ਗਏ ਨੇ ਸਾਡੀ ਸ਼ਾਦੀ ਨੂੰ। ਅਤੇ ਪਹਿਲੇ ਤਾਂ ਸਹੀ ਸੀ, ਹੁਣ 2 ਸਾਲ ਹੋ ਗਏ ਨੇ ਨਸ਼ਾ ਕਰਨ ਲੱਗ ਗਿਆ ਸੀ ਅਤੇ 4 ਕੁ ਮਹੀਨੇ ਹੋ ਗਏ ਨੇ ਛੱਡ ਕੇ ਚਲਾ ਗਿਆ। ਇਹ ਦੱਸੋ ਕਿ ਜ਼ਹੀਰ ਜਿਹਦੇ ਨਾਲ ਤੁਹਾਡੀ ਸ਼ਾਦੀ ਹੋਈ, ਤੁਹਾਡਾ ਉਹਦਾ ਰਾਬਤਾ ਕਿਸ ਤਰ੍ਹਾਂ ਹੋਇਆ ਸੀ? ਉਹਨੇ ਤੁਹਾਨੂੰ ਕੀ ਕਿਹਾ ਕਿ ਤੁਹਾਨੂੰ ਘਰ ਆਪਣਾ ਛੱਡ ਕੇ, ਆਪਣੇ ਮਾਂ-ਬਾਪ ਨੂੰ ਛੱਡ ਕੇ, ਨਾਰਾਜ਼ ਕਰਕੇ ਉਹਦੇ ਕੋਲ ਆਉਣਾ ਪਿਆ ਗਿਆ? ਬਸ ਉਹਨੇ ਵਾਅਦਾ ਕੀਤਾ ਸੀ ਕਿ ਤੇਰੇ ਨਾਲ ਸ਼ਾਦੀ ਕਰਾਂਗਾ, ਅੱਛੀ ਜ਼ਿੰਦਗੀ ਹੋਏਗੀ। ਇੱਕੋ ਪਿੰਡ 'ਚ ਰਹਿੰਦੇ ਸੀ ਨਾ, ਅਤੇ ਨਜ਼ਦੀਕ ਨਜ਼ਦੀਕ ਸਾਡੇ ਘਰ ਸੀ। ਠੀਕ ਹੈ। ਅਤੇ ਅੰਮੀ ਅੱਬੂ ਫੌਤ ਹੋਏ ਨੇ ਮੇਰੇ ਬਚਪਨ ਤੋਂ, ਅਤੇ ਮੈਂ ਖਾਲਾ ਕੋਲ ਹੀ ਰਹਿੰਦੀ ਸਾਂ। ਅਤੇ ਉੱਥੋਂ ਬਸ ਮੈਂ ਉਹਦੇ ਨਾਲ ਆ ਗਈ, ਪਸੰਦ ਦੀ ਸ਼ਾਦੀ ਕਰ ਲਈ। ਅਤੇ ਇਹ ਸਬਜ਼ ਬਾਗ ਐਸੇ ਵਹਾਗ ਗਿਆ ਕਿ ਅੱਜ ਮੈਂ ਮਿਹਨਤ ਮਜ਼ਦੂਰੀ ਪੱਠੇ 'ਤੇ ਕਰ ਰਹੀ ਹਾਂ। ਜਦੋਂ ਤੁਸੀਂ ਘਰੋਂ ਭੱਜ ਕੇ ਆਏ ਉਹਦੇ ਕੋਲ, ਤੁਹਾਡੇ ਮਾਂ-ਬਾਪ ਨੇ ਤੁਹਾਡੇ ਨਾਲ ਰਾਬਤਾ ਨਹੀਂ ਕੀਤਾ, ਤੁਹਾਨੂੰ ਉਹਨਾਂ ਨੇ ਵਾਪਸ ਆਪਣੇ ਕੋਲ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ। ਕੀ ਵਜ੍ਹਾ ਸੀ ਕਿ ਦੁਬਾਰਾ ਆਪਣੇ ਘਰ ਨੂੰ ਹੁਣ ਤੱਕ ਤੁਸੀਂ ਆਪਣੇ ਮਾਂ-ਬਾਪ ਨੂੰ ਛੱਡ ਦਿੱਤਾ ਮਿਲਣਾ? ਅੰਮੀ ਅੱਬੂ ਫੌਤ ਹੋਏ ਸੀ, ਖਾਲਾ ਕੋਲ ਰਹਿੰਦੀ ਸਾਂ ਮੈਂ। ਅਤੇ ਜਦੋਂ ਦੀ ਆਈ ਹਾਂ ਉਸ ਤੋਂ ਬਾਅਦ ਗਈ ਸਾਂ, ਉਹਨਾਂ ਨੇ ਘਰ ਹੀ ਨਹੀਂ ਵੜਨ ਦਿੱਤਾ। ਅਤੇ ਉਸ ਤੋਂ ਬਾਅਦ ਇੱਥੇ ਹੀ ਮਤਲਬ ਕਿ ਮਿਹਨਤ ਮਜ਼ਦੂਰੀ ਪੱਠੇ 'ਤੇ ਹੀ ਕਰੀ ਦੀ ਸੀ ਨਾਲ ਰਲ ਕੇ ਹੀ। ਔਰ 2 ਸਾਲ ਤੋਂ ਨਸ਼ਾ ਕਾਫੀ ਜ਼ਿਆਦਾ ਕਰਦਾ ਸੀ ਹੁਣ ਉਹ, ਅਤੇ ਉਹਨੂੰ ਗਏ ਨੂੰ 4 ਮਹੀਨੇ ਹੋ ਗਏ ਨੇ। ਅੱਛਾ, ਉਹਨੇ ਸਬਜ਼ ਬਾਗ ਕਿਸ ਤਰ੍ਹਾਂ ਦੇ ਤੈਨੂੰ ਦਿਖਾਏ ਸੀ ਕਿ ਕਿਸ ਤਰ੍ਹਾਂ ਦੀ ਜ਼ਿੰਦਗੀ ਹੋਏਗੀ, ਕੀ ਅਸੀਂ ਕਰਾਂਗੇ?
ਔਰ ਆਖਰਕਾਰ ਹਕੀਕਤ ਕੀ ਹੋਈ? ਅੱਛਾ ਮਤਲਬ ਕਿ ਜ਼ਿੰਦਗੀ ਗੁਜ਼ਰੇਗੀ, ਮਕਾਨ ਲੈ ਕੇ ਦਿਆਂਗਾ, ਫਲਾਣੀ ਚੀਜ਼ ਦਿਆਂਗਾ, ਅੱਛਾ ਰਵਾਂਗੇ, ਅੱਛਾ ਖਾਵਾਂਗੇ, ਅੱਛਾ ਪਾਵਾਂਗੇ। ਔਰ ਮੈਂ ਬਸ ਉਹਦੀਆਂ ਗੱਲਾਂ 'ਚ ਔਰ ਲਾਲਚ 'ਚ ਆ ਕੇ ਮੈਂ ਉਹਦੇ ਨਾਲ ਇੱਥੇ ਆ ਗਈ। ਅਕਸਰ ਬਹੁਤ ਸਾਰੀ ਲੜਕੀਆਂ ਨਾ ਇਸ ਤਰ੍ਹਾਂ ਪਿਆਰ ਮੁਹੱਬਤ ਦੇ ਝਾਂਸੇ ਦੇ ਚ ਆ ਕੇ ਤੇ ਉਹ ਲੜਕੇ ਜਿਹੜੇ ਨੇ ਉਹ ਸਬਜ਼ ਬਾਗ ਦਿਖਾਉਂਦੇ ਨੇ, ਘਰੋਂ ਭੱਜ ਕੇ ਉਹ ਆ ਜਾਂਦੀਆਂ ਨੇ, ਫਿਰ ਆ ਕੇ ਸਾਰੀ ਜ਼ਿੰਦਗੀ ਦਾ ਪਛਤਾਵਾ ਬਣ ਜਾਂਦੀਆਂ ਨੇ। ਜੈਸਾ ਕਿ ਤੁਹਾਨੂੰ ਵੀ ਪਛਤਾਵਾ ਹੋ ਰਿਹਾ ਉਹਨਾਂ ਲੜਕੀਆਂ ਨੂੰ ਜਿਹੜੀਆਂ ਅਜੇ ਤੱਕ ਆਪਣੇ ਘਰ ਦੇ ਵਿੱਚ ਹੈ ਨੇ, ਲੇਕਿਨ ਉਹ ਅਕਸਰ ਪਲਾਨ ਬਣਾਉਂਦੀਆਂ ਰਹਿੰਦੀਆਂ ਨੇ ਕਿ ਮੈਂ ਅਗਰ ਮੇਰੇ ਘਰ ਦੇ ਨਹੀਂ ਮੰਨੇ ਤੇ ਮੈਂ ਇਹ ਪਲਾਨ ਕਰਾਂਗੀ, ਮੈਂ ਘਰੋਂ ਭੱਜ ਜਾਵਾਂਗੀ, ਮੈਂ ਫਲਾਨ ਕਰ ਲਵਾਂਗੀ। ਉਹਨਾਂ ਲੜਕੀਆਂ ਨੂੰ ਕੀ ਪੈਗਾਮ ਦਿਓਗੇ? ਮੇਰੇ ਵੱਲੋਂ ਵੇਖ ਕੇ ਸਮਝ ਜਾਣ ਕਿ ਅੱਜ ਮੇਰਾ ਹਾਲਾਤ ਔਰ ਮੇਰੀ ਜ਼ਿੰਦਗੀ ਕੀ ਹੈ। ਤੇ ਪ੍ਰੈਗਨੈਂਸੀ ਵੀ ਮੈਨੂੰ 7ਵਾਂ ਮਹੀਨਾ ਔਰ ਮੇਰੇ ਇਹ ਹਾਲਾਤ ਨੇ ਕਿ ਮੈਂ ਸਾਰਾ ਸਾਰਾ ਦਿਨ ਧੁੱਪੇ ਕੰਮ ਕਰਨੀ ਆ ਔਰ ਸਵੇਰ 3 ਵਜੇ ਤੋਂ ਲੈ ਕੇ ਸ਼ਾਮੀ 3-4 ਵਜੇ ਤੱਕ ਮਿਹਨਤ ਕਰੀਦੀ ਹੈ। ਯਾਨੀ ਕਿ ਮੁਹੱਬਤ ਕਰਨ ਦਾ ਇਹ ਅੰਜਾਮ ਹੈ ਕਿ ਅੱਜ ਇੱਕ ਪ੍ਰੈਗਨੈਂਟ ਹੋਣ ਦੇ ਬਾਵਜੂਦ ਦੋ ਬੱਚਿਆਂ ਦੀ ਜ਼ਿੰਮੇਵਾਰੀ, ਕਰਜ਼ ਦਾ ਬੋਝ ਕੰਧਿਆਂ ਤੇ ਇੱਟਾਂ ਬਣਾਉਣ ਤੇ ਮਜਬੂਰ ਕਰ ਦਿੱਤਾ ਹੈ। ਬਿਲਕੁਲ ਸਹੀ, ਇਸ ਤਰ੍ਹਾਂ ਹੀ ਗੱਲ ਹੈ। 7 ਲੱਖ ਰੁਪਈਆ ਇੱਥੇ ਕਰਜ਼ਾ ਦੇਣਾ ਮੈਂ। ਮੀਆਂ ਮੇਰਾ ਐਸੀ ਥੋੜ੍ਹਾ ਥੋੜ੍ਹਾ ਕਰਕੇ ਲੈ ਕੇ ਖਾਂਦਾ ਰਿਹਾ, ਆਪਣੇ ਨਸ਼ੇ ਕਰਦਾ ਰਿਹਾ ਔਰ ਅੱਜ ਉਹ ਛੱਡ ਕੇ ਚਲਾ ਗਿਆ ਔਰ ਮੈਂ ਦੇਖੋ ਇੱਥੇ ਮਿਹਨਤ ਕਰ ਰਹੀ ਹਾਂ। ਤੇ ਦੁਬਾਰਾ ਮੀਆਂ ਨੇ ਕੋਈ ਰਾਬਤਾ ਨਹੀਂ ਕੀਤਾ ਜਾਂ ਤੁਸੀਂ ਉਹਦੇ ਨਾਲ ਰਾਬਤਾ ਨਹੀਂ ਕੀਤਾ ਕਿ ਕਿੱਥੇ ਚਲਾ ਗਿਆ ਹੈ? ਨਹੀਂ ਕੋਈ ਪਤਾ ਹੀ ਨਹੀਂ ਚੱਲਿਆ ਉਸ ਤੋਂ ਬਾਅਦ ਉਹਦਾ ਕਿੱਥੇ ਗਿਆ ਜਾਂ ਕਿੱਥੇ ਨਹੀਂ ਗਿਆ, ਜਿੰਦਾ ਵੀ ਹੈ ਜਾਂ ਮਰ ਗਿਆ। ਕੋਈ ਰਾਬਤਾ ਨਹੀਂ ਕੀਤਾ, ਕੋਈ ਦੱਸ ਕੇ ਗਿਆ ਸੀ ਕਿ ਮੈਂ ਕਿੱਥੇ ਚੱਲਿਆ? ਬਸ ਇਹ ਕਹਿ ਗਿਆ ਸੀ ਕਿਤੇ ਕੰਮ ਚੱਲਿਆ, ਸ਼ਾਮ ਨੂੰ ਆਈ ਆਂਗਾ। ਉਹਨੂੰ ਤਕਰੀਬਨ 3-4 ਮਹੀਨੇ ਹੋ ਗਿਆ ਘਰੋਂ ਗਿਆ ਤੇ ਵਾਪਸ ਨਹੀਂ ਹਲੇ ਤੱਕ ਆਇਆ। ਉਹਨੇ ਕੋਈ ਫੋਨ, ਕੋਈ ਰਾਬਤਾ, ਕੋਈ ਮੈਸੇਜ, ਕੁਝ ਵੀ? ਨਹੀਂ ਕੁਛ ਵੀ ਨਹੀਂ ਕੀਤਾ, ਨਾ ਕੋਈ ਫੋਨ, ਨਾ ਕੋਈ ਰਾਬਤਾ, ਨਾ ਕੋਈ ਮੈਸੇਜ ਔਰ ਨਾ ਕੋਈ ਪਤਾ ਹੀ ਚੱਲਿਆ। ਮੁਹੰਮਦ ਬੀਬੀ, ਇਹ ਇੱਟਾਂ ਬਣਾ ਕੇ ਕਿੰਨੇ ਪੈਸੇ ਕਮਾ ਲੈਂਦੇ ਹੋ? 200 ਰੁਪਇਆ ਦਿਹਾੜੀ ਹੈ ਇੱਥੇ। 200 ਰੁਪਏ ਦੇ ਵਿੱਚ ਤੇ ਕੁਝ ਵੀ ਨਹੀਂ ਆਂਦਾ, ਦਾਲ ਨਹੀਂ ਪਕਾਈ ਜਾਂਦੀ ਘਰ ਦੇ ਵਿੱਚ, ਤੇ 200 ਰੁਪਏ ਦੇ ਵਿੱਚ ਤੁਸੀਂ ਸਾਰਾ ਦਿਨ ਕਿਵੇਂ ਗੁਜ਼ਾਰਦੇ ਹੋ? ਬੱਚੇ ਵੀ ਨੇ, ਉਹਨਾਂ ਦਾ ਵੀ ਰੋਟੀ ਪਾਣੀ ਦਾ, ਬੱਚੇ ਸਕੂਲ ਨਹੀਂ ਜਾਂਦੇ ਵੀ? ਨਹੀਂ ਬੱਚੇ ਨਹੀਂ ਸਕੂਲ ਜਾਂਦੇ, ਮੇਰੇ ਨਾਲ ਕੰਮ ਕਰਦੇ ਨੇ ਸਾਰਾ ਦਿਨ, ਅਸੀਂ ਇੱਥੇ ਇੱਟਾਂ ਬਣਾਉਂਦੇ ਹਾਂ। ਯਾਨੀ ਕਿ ਤੁਹਾਡੇ ਨਾਲ ਤੁਹਾਡੇ ਬੱਚੇ ਵੀ ਇੱਟਾਂ ਬਣਾਉਂਦੇ ਨੇ ਤੇ ਸਿਰਫ 200 ਰੁਪਏ ਉਜਰਤ ਮਿਲਦੀ ਹੈ? ਹਾਂਜੀ 200 ਰੁਪਇਆ ਹੀ ਮਿਲਦੀ ਹੈ। ਬਕਾਇਆ ਜਿਹੜੇ ਨੇ ਉਹ ਕਰਜ਼ਾ ਤੁਹਾਡਾ ਉਹ ਕੱਟੀ ਜਾ ਰਹੇ ਨੇ? ਦਿਹਾੜੀ ਵੈਸੇ ਇੱਥੇ 400 ਰੁਪਇਆ ਤੇ 200 ਰੁਪਇਆ ਸਾਨੂੰ ਮਿਲਦੀ ਹੈ। 400 ਰੁਪਏ ਦਿਹਾੜੀ ਹੈ ਜਿਹਦੇ ਵਿੱਚ 200 ਰੁਪਏ ਕਰਜ਼ ਦਾ ਕੱਟ ਲੈਂਦੇ ਨੇ ਤੇ 200 ਰੁਪਏ ਉਹ ਤੁਹਾਨੂੰ ਦੇ ਦਿੰਦੇ ਨੇ? ਹਾਂਜੀ ਬਸ 200 ਰੁਪਇਆ ਹੀ ਦਿੰਦੇ ਨੇ। ਕੋਈ ਛੁੱਟੀ ਨਹੀਂ ਕਰਦੇ, ਕੋਈ ਕੁਛ ਨਹੀਂ, ਈਦ ਸ਼ਬਰਾਤ ਸਾਰਾ ਕੁਝ ਇੱਥੇ ਗੁਜ਼ਰ ਜਾਂਦਾ? ਬਾਰਿਸ਼ ਪਈ ਹੈ ਫਿਰ ਤੇ ਕੰਮ ਖਰਾਬ ਹੋ ਜਾਂਦਾ ਨਾ, ਫਿਰ ਤੇ ਦਿਹਾੜੀਆਂ ਵੀ ਨਹੀਂ ਲੱਗਦੀਆਂ, ਫਿਰ ਤੇ ਖਾਣ ਪੀਣ ਤੋਂ ਜ਼ਿਆਦਾ ਤੰਗ ਹੋ ਜਾਈਦਾ। ਤੇ ਇਹ ਸ਼ਬਰਾਤ ਅਸੀਂ ਕਿਤੇ ਵੀ ਨਹੀਂ ਜਾਂਦੇ, ਇੱਥੇ ਬਸ ਕੰਮ ਹੀ ਕਰੀਦਾ ਜੋ ਮਰਜ਼ੀ ਹੋਏ। ਮੁਹੰਮਦ ਬੀਬੀ, ਮੈਨੂੰ ਇਹ ਦੱਸੋ ਕਿ ਇਸ ਤਰ੍ਹਾਂ ਦੀ ਸਾਰੀ ਜ਼ਿੰਦਗੀ ਗੁਜ਼ਾਰਨੀ ਹੈ, ਕੋਈ ਅੱਗੇ ਵਧਣ ਦਾ, ਕੋਈ ਆਪਣੇ ਬੱਚਿਆਂ ਦਾ ਬਿਹਤਰ ਮੁਸਤਕਬਲ, ਕੋਈ ਐਸਾ ਕੁਝ ਸੋਚਿਆ ਕਿ ਜਾਂ ਤੁਹਾਡੇ ਤਰ੍ਹਾਂ ਬੱਚੇ ਵੀ ਤੁਹਾਡੇ ਇਸੇ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰਦੇ ਰਹਿਣਗੇ? ਨਹੀਂ ਭਾਈ ਅੱਲਾ ਪਾਕ ਅਗਰ ਕੋਈ ਚੰਗਾ ਵਸੀਲਾ ਲੱਗ ਜਾਏ, ਕੋਈ ਭੈਣ ਭਰਾ ਸਾਡੀ ਹੈਲਪ ਕਰ ਦੇਣ ਤੇ ਉਹਨਾਂ ਦੀ ਬੜੀ ਮਿਹਰਬਾਨੀ ਕਿ ਸਾਡੀ ਜ਼ਿੰਦਗੀ ਕੋਈ ਆਸਾਨ ਹੋ ਜਾਵੇ, ਅਸੀਂ ਵੀ ਆਪਣਾ ਕੋਈ ਸਕੂਨ ਦੀ ਜ਼ਿੰਦਗੀ ਗੁਜ਼ਾਰ ਲਈਏ। ਛੋਟੇ ਛੋਟੇ ਬੱਚੇ ਨੇ, ਚਲੋ ਮੈਂ ਤੇ ਆਪਣੀ ਜ਼ਿੰਦਗੀ ਗਵਾ ਬੈਠੀ ਹਾਂ, ਉਹਨਾਂ ਦੀ ਤੇ ਨਾ ਗਵਾਚੇ। ਔਰ ਮੈਂ ਇਕੱਲੀ ਔਰਤ ਤੇ ਇੰਨਾ ਕਰਜ਼ਾ ਨਹੀਂ ਨਾ ਲਾ ਸਕਦੀ। ਅੱਛਾ ਮੁਹੰਮਦ ਬੀਬੀ, ਮੈਨੂੰ ਇਹ ਦੱਸੋ ਕਿ ਬਹੁਤ ਸਾਰੇ ਲੋਕ ਨਾ ਤੁਹਾਡੀ ਵੀਡੀਓ ਦੇਖਣਗੇ ਔਰ ਦੇਖਦੇ ਵੀ ਨੇ, ਔਰ ਤੁਹਾਡਾ ਅਗਰ ਅਸੀਂ ਤੁਹਾਡੀ ਮਰਜ਼ੀ ਦੇ ਮੁਤਾਬਿਕ ਮੋਬਾਈਲ ਨੰਬਰ ਆਪਣੀ ਸਕਰੀਨ ਤੇ ਦੇ ਦਈਏ, ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ? ਬਹੁਤ ਸਾਰੇ ਲੋਕ ਵੀਡੀਓ ਦੇਖਣਗੇ, ਨੰਬਰ ਮੰਗਣਗੇ ਔਰ ਤੁਹਾਨੂੰ ਉਹ ਅਗਰ ਨੰਬਰ ਮੌਜੂਦ ਹੋਏਗਾ ਤੁਹਾਡੇ ਨਾਲ ਉਹ ਰਾਬਤਾ ਕਰਨਗੇ, ਤੁਹਾਡੀ ਉਹ ਹੈਲਪ ਵੀ ਕਰਨਗੇ। ਆਇਆ ਕਿ ਤੁਸੀਂ ਐਗਰੀ ਕਰਦੇ ਹੋ, ਇਜਾਜ਼ਤ ਦਿੰਦੇ ਹੋ ਕਿ ਮੈਂ ਨੰਬਰ ਤੁਹਾਡਾ ਆਪਣਾ ਲਗਾ ਦਿਆਂ ਸਕਰੀਨ ਦੇ ਵਿੱਚ? ਠੀਕ ਹੈ ਭਾਈ, ਤੁਸੀਂ ਨੰਬਰ ਲਗਾ ਦਿਓ, ਅਗਰ ਸਾਡੀ ਕੋਈ ਹੈਲਪ ਹੋਈ ਹੈ ਤੇ ਸਾਨੂੰ ਹੋਰ ਕੀ ਚਾਹੀਦਾ। ਔਰ ਅੱਲਾ ਦੇ ਨੇਕ ਭੈਣ ਭਰਾ ਹੋਣ ਕਿ ਤੰਗ ਨਾ ਕਰਨ। ਅੱਛਾ, ਇਹ ਵੀ ਮੈਨੂੰ ਆਖਰ ਦੇ ਵਿੱਚ ਦੱਸ ਦਿਓ ਕਿ ਜ਼ਹੀਰ ਦੇ ਨਾਲ ਤੁਹਾਡੀ ਮੁਹੱਬਤ ਦਾ ਅੰਜਾਮ ਤੇ ਇਹ ਸਾਬਤ ਹੋ ਗਿਆ ਹੈ ਕਿ ਅੱਜ ਤੁਸੀਂ ਇੱਕ ਭੱਠੇ ਤੇ ਐਡੀ ਗਰਮੀ ਦੀ ਸ਼ਿੱਦਤ ਤੇ ਤਕਰੀਬਨ 50 ਡਿਗਰੀ ਸੈਂਟੀ ਦੇ ਵਿੱਚ ਮੈਂ ਤੁਹਾਡੇ ਨਾਲ ਇਸ ਟਾਈਮ ਤੇ ਬੈਠਿਆ ਹਾਂ, ਔਰ ਮੈਂ ਇਸ ਲਈ ਬੈਠਿਆ ਕਿ ਮੈਂ ਮੁਆਸ਼ਰੇ ਨੂੰ ਦਿਖਾ ਸਕਾਂ ਕਿ ਸਾਡੀਆਂ ਇਹੋ ਜਿਹੀਆਂ ਭੈਣਾਂ, ਇਹੋ ਜਿਹੀਆਂ ਸਾਡੀਆਂ ਬੱਚੀਆਂ ਜਿਹੜੀਆਂ ਲੋਕਾਂ ਦੇ ਬਹਿਕਾਵੇ ਦੇ ਵਿੱਚ ਆ ਕੇ ਆਪਣਾ ਘਰ-ਬਾਰ ਛੱਡ ਕੇ ਤੇ ਉਹ ਇੱਕ ਬੰਦੇ ਦੇ ਪਿੱਛੇ ਲੱਗ ਜਾਂਦੀਆਂ ਨੇ, ਆਖਰਕਾਰ ਉਹ ਬੰਦਾ ਧੋਖਾ ਦੇਣ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਇਸ ਅਜ਼ੀਅਤ ਦੇ ਵਿੱਚ ਸੁੱਟ ਜਾਂਦਾ ਹੈ ਕਿ ਨਾ ਉਹ ਅੱਗੇ ਜੋਗੀਆਂ ਰਹਿੰਦੀਆਂ ਤੇ ਨਾ ਉਹ ਪਿੱਛੇ ਜੋਗੀਆਂ ਰਹਿੰਦੀਆਂ ਨੇ। ਇਸ ਭੈਣ ਦੀ ਕਹਾਣੀ ਸੁਣ ਕੇ ਮੈਨੂੰ ਉਮੀਦ ਹੈ ਕਿ ਤੁਹਾਡਾ ਵੀ ਦਿਲ ਜ਼ਰੂਰ ਦੁਖਿਆ ਹੋਏਗਾ, ਔਰ ਅਗਰ ਤੁਸੀਂ ਇਸ ਭੈਣ ਦੀ ਮਦਦ ਕਰਨਾ ਚਾਹੁੰਦੇ ਹੋ, ਇਹਦੀ ਹੈਲਪ ਕਰਨਾ ਚਾਹੁੰਦੇ ਹੋ, ਇਸ ਨੰਬਰ 'ਤੇ ਤੁਸੀਂ ਇਹਨੂੰ ਕਾਲ ਕਰਕੇ ਸਿਰਫ ਔਰ ਸਿਰਫ ਹੈਲਪ ਵਾਸਤੇ, ਅਗਰ ਤੁਸੀਂ ਚਾਹੁੰਦੇ ਹੋ ਕਿ ਇਸ ਭੈਣ ਦੇ ਬੱਚੇ ਅੱਛੇ ਕੱਪੜੇ ਪਾ ਸਕਣ, ਅੱਛੀ ਜੁੱਤੀ ਪਾ ਕੇ ਅੱਛੇ ਸਕੂਲ ਦੇ ਵਿੱਚ ਜਾ ਕੇ ਪੜ੍ਹ ਸਕਣ,
ਤੇ ਇਹਨਾਂ ਦੀ ਜ਼ਰੂਰ ਮਦਦ ਕਰਨਾ। ਔਰ ਆਖਰ ਦੇ ਵਿੱਚ ਮੁਹੱਬਤ ਦਾ ਅੰਜਾਮ ਇਹ ਤੁਹਾਡੇ ਸਾਹਮਣੇ ਬੈਠੀ ਹੈ। ਔਰ ਇਸ ਮੁਹੱਬਤ ਦੇ ਅੰਜਾਮ ਨੂੰ ਅਗਰ ਦੇਖਦੇ ਹਾਂ, ਤੁਸੀਂ ਵੀ ਚਾਹੁੰਦੇ ਹੋ ਕਿ ਜੀ ਅਸੀਂ ਘਰੋਂ ਭੱਜ ਕੇ ਆਪਣੇ ਮਾਂ-ਬਾਪ ਦਾ ਦਿਲ ਦੁਖੀ ਕਰਕੇ ਅਸੀਂ ਜਾਈਏ, ਤੇ ਯਕੀਨਨ ਤੁਹਾਨੂੰ ਇੱਕ ਦਿਨ ਆਏਗਾ ਕਿ ਤੁਸੀਂ ਪਛਤਾਓਗੇ, ਫਿਰ ਤੁਹਾਡੇ ਹੱਥ ਦੇ ਵਿੱਚ ਕੁਝ ਨਹੀਂ ਆਣਾ ਵੇ। ਕਿਉਂਕਿ ਵਕਤ ਇੱਕ ਦਫਾ ਤੁਹਾਨੂੰ ਮੌਕਾ ਦਿੰਦਾ ਹੈ। ਇਸ ਭੈਣ ਨੇ ਤੇ ਉਹ ਵਕਤ ਗੁਜ਼ਾਰ ਦਿੱਤਾ, ਉਹ ਜ਼ਾਇਆ ਕਰ ਦਿੱਤਾ, ਉਹ ਮੌਕਾ ਛੱਡ ਦਿੱਤਾ। ਲੇਕਿਨ ਅੱਜ ਨਾ ਜ਼ਹੀਰ ਇਹਨਾਂ ਦੇ ਕੋਲ ਹੈਗਾ ਤੇ ਨਾ ਇਹ ਆਪਣੇ ਵਾਲਿदैन ਦੇ ਕੋਲ ਹੈਗੇ ਨੇ। ਇਹ ਪੱਠੇ ਤੇ ਸਵੇਰ 3 ਵਜੇ ਆਉਂਦੇ ਨੇ, ਸ਼ਾਮ 4-5 ਵਜੇ ਆਪਣੇ ਬੱਚਿਆਂ ਦੇ ਨਾਲ ਮਿਹਨਤ ਮਜ਼ਦੂਰੀ ਕਰਕੇ ਤੇ ਪੱਠਿਆਂ ਤੇ ਰਹਿੰਦੇ ਨੇ। ਉੱਥੇ ਹੀ ਇਹਨਾਂ ਨੂੰ ਰਿਹਾਇਸ਼ ਦਿੱਤੀ ਗਈ ਹੈ, ਉੱਥੇ ਆਪਣੀ ਜ਼ਿੰਦਗੀ ਗੁਜ਼ਾਰਦੇ ਨੇ। ਇਸ ਭੈਣ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਵਾਸਤੇ ਮੈਂ ਤੁਹਾਡੇ ਅੱਗੇ ਰਿਕੁਐਸਟ ਕਰਾਂਗਾ ਕਿ ਇਸ ਨੰਬਰ ਤੇ ਜਿੰਨੀ ਵੀ ਹੋ ਸਕੇ ਮਦਦ ਕਰਨਾ, ਤਾਂ ਕਿ ਅਸੀਂ ਦੁਬਾਰਾ अगर ਇੱਥੇ आइए तो ਇਹ ਸਾਡੀ ਭੈਣ ਇੱਥੇ ਸਾਨੂੰ नज़र ना आए भी। इसी के साथ मुझे दीजिए इजाज़त, मिलते हैं एक और अच्छी वीडियो में, तब तक के लिए अल्लाह हाफिज़।